ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਸ਼ਵ ਭਰ ਦੀਆਂ ਸੰਗਤਾਂ ਦਾ ਸਵਾਗਤ ਹੈ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਵਿੱਚ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਸਾਰਾਗੜ੍ਹੀ ਦੀ ਉਸ ਮਹਾਨ ਜੰਗ ਦੀ ਜਿਸ ਦੇ ਵਿੱਚ 21 ਸਿੱਖ ਯੋਧਿਆਂ ਨੇ ਕਬਾਇਲੀ ਦੁਸ਼ਮਣਾਂ ਦਾ ਮੁਕਾਬਲਾ ਬੜੀ ਬਹਾਦਰੀ ਦੇ ਨਾਲ ਕੀਤਾ। ਅਫਗਾਨਾਂ ਦਾ ਮੁਕਾਬਲਾ ਬੜੀ ਬਹਾਦਰੀ ਦੇ ਨਾਲ ਕੀਤਾ, ਜੋ ਕਿ ਵੱਡੀ ਗਿਣਤੀ ਦੇ ਵਿੱਚ ਲੁਕਹਾਟ ਦੇ ਕਿਲੇ ਦੇ ਉੱਤੇ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਆਏ ਸਨ। ਪਰ ਅੱਗੇ ਸਿੱਖ ਯੋਧਿਆਂ ਨੇ ਜੋ ਉਸ ਵੇਲੇ ਅੰਗਰੇਜ਼ ਹਕੂਮਤ ਦੇ ਅੰਡਰ ਸਨ, ਉਹਨਾਂ ਨੇ ਇਸ ਦਾ ਮੁਕਾਬਲਾ ਬੜੀ ਬਹਾਦਰੀ ਦੇ ਨਾਲ ਕੀਤਾ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਤਿਹਾਸ ਦੇ ਨਾਲ ਸੰਗਤਾਂ ਨੂੰ ਜੋੜਨਗੇ ਸਿੰਘ ਸਾਹਿਬ ਗਿਆਨੀ ਅਮਰਿੰਦਰ ਸਿੰਘ ਜੀ। ਸੋ ਉਹਨਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਤੇ ਸਭ ਤੋਂ ਪਹਿਲਾ ਮੇਰਾ ਸਵਾਲ ਕਿ 21 ਸਿੱਖ ਯੋਧੇ ਜਿਨ੍ਹਾਂ ਦੇ ਉੱਤੇ ਹਜ਼ਾਰਾਂ ਹੀ ਕਬਾਇਲੀ ਤੇ ਅਫਗਾਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਜਦੋਂ ਉਹ ਇੱਕ ਕਿਲੇ ਦੀ ਰਾਖੀ ਕਰ ਰਹੇ ਸਨ, ਇੱਕ ਕਿਲੇ ਦੇ ਵਿੱਚ ਤੈਨਾਤ ਸਨ, ਤੇ ਕਿਵੇਂ ਇਹ ਜੰਗ ਜਿਹੜੀ ਆ ਉਹ ਹੋਈ ਤੇ ਇਸ ਜੰਗ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹ ਸਭ ਤੋਂ ਪਹਿਲਾਂ ਤਾਂ ਜੀ ਸਾਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਸਿੱਖਾਂ ਦੀ ਇਹ ਬਹਾਦਰੀ ਦੀ ਇੱਕ ਵਿਲੱਖਣ ਜੀ ਦਾਸਤਾਨ ਹੈ ਜੀ। ਭਾਵੇਂ ਇਹ ਜੰਗ ਜਿਹੜੀ ਸੀ ਸਿੱਖਾਂ ਵੱਲੋਂ ਅੰਗਰੇਜ਼ਾਂ ਦੇ ਹੱਕ ਦੇ ਵਿੱਚ ਲੜੀ ਗਈ, ਆਪਣੇ ਵਾਸਤੇ ਨਹੀਂ ਕਿਸੇ ਦੂਸਰੇ ਦੇ ਵਾਸਤੇ ਜਿਹੜੀ ਸੀ ਇਹ ਜੰਗ ਲੜੀ ਗਈ ਸੀ। ਜੀ ਜੀ। ਹਮੇਸ਼ਾ ਹੀ ਸਿੱਖੀ ਦੇ ਵਿੱਚ ਮਾਹੌਲ ਜੀ ਇਸ ਤਰ੍ਹਾਂ ਦਾ ਰਿਹਾ ਕਿ ਸਿੱਖ ਅਸਾਮੀਆਂ ਜੰਗਾਂ ਬਹੁਤ ਲੜੀਆਂ ਜੀ। ਜੇ ਅਸੀਂ ਗੁਰ ਇਤਿਹਾਸ ਦੀ ਗੱਲ ਕਰਦੇ ਹਾਂ ਤੇ ਚਮਕੌਰ ਦੀ ਗੜੀ ਸਾਨੂੰ ਯਾਦ ਹੋਵੇਗੀ ਕਿ ਚਮਕੌਰ ਦੀ ਗੜੀ ਦੇ ਵਿੱਚ 40 ਸਿੰਘ ਜੀ ਤੇ ਬਾਹਰ ਜਿਹੜੀ ਸੀ ਉਹ 10 ਲੱਖ ਫੌਜ। ਜੀ ਜੀ ਜੀ। ਉੱਥੇ ਵੀ ਸਿੰਘ ਜਿਹੜੇ ਸੀ ਉਹ ਬੜੀ ਬਹਾਦਰੀ ਦੇ ਨਾਲ ਲੜੇ ਔਰ ਸਿੰਘਾਂ ਨੇ ਆਖਰੀ ਦਮ ਤੱਕ, ਆਖਰੀ ਸਰੀਰ ਤੱਕ ਜਿਹੜਾ ਸੀ ਉਹਨਾਂ ਨੇ ਜੰਗ ਲੜੀ। ਤੇ ਉਹ ਜੰਗ ਦੇ ਵਿੱਚ ਜਿਹੜਾ ਸੀ ਜਿੱਤ ਦਾ ਅਸਲ ਦੇ ਵਿੱਚ ਅਸੂਲ ਇਹ ਹੁੰਦਾ, ਇਹ ਨਹੀਂ ਹੁੰਦਾ ਕਿ ਸਾਹਮਣੇ ਵਾਲਿਆਂ ਨੂੰ ਅਸੀਂ ਖਤਮ ਕਰ ਦਿੱਤਾ ਜੀ। ਜਿੱਤ ਦਾ ਅਸੂਲ ਇਹ ਹੁੰਦਾ ਹੈ ਕਿ ਅਸੀਂ ਜਿਸ ਕਰਕੇ ਜੰਗ ਲੜਦੇ ਪਏ ਹਾਂ ਕੀ ਉਹ ਉਸ ਸਿਧਾਂਤ ਤੋਂ ਡਿੱਗ ਕੇ ਜਾਂ ਉਹਦੇ ਆਪਣੇ ਮਰਕਜ਼ ਤੋਂ ਠਾਂ ਕਰਕੇ ਆਪਣੇ ਆਪ ਨੂੰ ਸਾਡੇ ਹਵਾਲੇ ਤੇ ਨਹੀਂ ਕਰਦੇ ਪਏ। ਸੋ ਜਿਹੜੀ ਚਮਕੌਰ ਦੀ ਜੰਗ ਆ ਜੀ, ਚਮਕੌਰ ਦੀ ਜੰਗ ਦੇ ਵਿੱਚ ਵੀ ਬਿਲਕੁਲ ਇਸੇ ਤਰ੍ਹਾਂ 40 ਸਿੰਘ ਜਿਹੜੇ ਨੇ ਉਹ ਆਖਰੀ ਸਾਹ ਤੱਕ ਲੜੇ ਨੇ ਤੇ ਆਖਰੀ ਸਿੱਖ ਨੇ ਜਿਹੜਾ ਸੀ ਉੱਥੇ ਸ਼ਹਾਦਤ ਦਾ ਜਾਮ ਵੀ ਪੀਤਾ ਹੈ ਜੀ। ਉਸ ਤੋਂ ਬਾਅਦ ਵਿੱਚ ਅਸੀਂ ਅਸਾਮੀ ਜੰਗ ਦੇਖਦੇ ਹਾਂ, ਗੁਰਦਾਸ ਨੰਗਲ ਦੀ ਗੜੀ, ਜਿਸ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਨਾਲ ਜਿਹੜੇ ਸਾਥੀ ਸਨ, ਉਹਨਾਂ ਨੇ ਮੁਗਲ ਹਕੂਮਤ ਫਰਕਸ਼ੀਅਰ ਬਾਦਸ਼ਾਹ ਦੀ ਜਿਹੜੀ ਫੌਜ ਸੀ ਲੰਮੇ ਸਮੇਂ ਤੋਂ ਘੇਰਾ ਪਾ ਕੇ ਰੱਖਿਆ ਗਿਆ ਜੀ। ਔਰ ਫਰਕਸ਼ੀਅਰ ਦੀ ਫੌਜ ਦੇ ਨਾਲ ਮੁਕਾਬਲਾ ਕਰਦਿਆਂ ਉਹਨਾਂ ਨੇ ਆਖਰੀ ਸਾਹ ਤੱਕ ਜਿਹੜਾ ਸੀ ਉਹ ਹਥਿਆਰ ਨਹੀਂ ਸੁੱਟੇ ਔਰ ਆਪਣੇ ਸਿਧਾਂਤ ਦੇ ਉੱਤੇ ਜਾਂ ਜਿਸ ਮਕਸਦ ਨੂੰ ਲੈ ਕਰਕੇ ਚੱਲੇ ਸੀ ਉਹਦੇ ਉੱਤੇ ਉਹ ਅੜੇ ਰਹੇ, ਆਪਣੇ ਇੱਕ ਸਿਧਾਂਤ ਦੇ ਉੱਤੇ ਉਹ ਖਲੋਤੇ ਰਹੇ ਜੀ। ਇਸੇ ਤਰ੍ਹਾਂ ਇਹ ਅਸਾਮੀ ਜੰਗ ਜਿਹੜੀ ਹੈ ਸਾਰਾਗੜ੍ਹੀ ਦੀ ਜੰਗ ਜਿਹੜੀ 1897 ਦੇ ਵਿੱਚ ਜਿਹੜੀ ਸੀ ਉਹ ਲੜੀ ਗਈ ਸੀ ਜੀ। ਇਸ ਜੰਗ ਦੇ ਵਿੱਚ ਵੀ ਮਾਹੌਲ ਬਿਲਕੁਲ ਇਸੇ ਤਰ੍ਹਾਂ ਦਾ ਹੈ। ਇਹ 3 ਕਿਲੇ ਨੇ ਉਸ ਥਾਂ ਦੇ ਉੱਪਰ, ਲੋਕਹਾਟ ਦਾ ਕਿਲਾ ਹੈ ਜੀ ਤੇ ਇੱਕ ਸਾਰਾਗੜ੍ਹੀ ਦਾ ਕਿਲਾ ਹੈ ਜੀ ਔਰ ਗੁਲਿਸਤਾਨ ਦਾ। ਇਹ 3 ਕਿਲੇ ਨੇ ਤੇ ਔਰੰਗਜ਼ਾਦੇ ਜਿਹੜੇ ਸਨ ਉਸ ਇਲਾਕੇ ਦੇ ਜਿਹੜੇ ਬਸ਼ਿੰਦੇ ਸਨ, ਉਸ ਇਲਾਕੇ ਦੇ ਰਹਿਣ ਵਾਲੇ ਸਨ। ਇਤਿਹਾਸ ਕਹਿੰਦਾ ਹੈ ਕਿ ਉਸ ਇਲਾਕੇ ਨੇ ਕਦੀ ਵੀ ਕਿਸੇ ਦੀ ਹਕੂਮਤ ਨੂੰ ਬਰਦਾਸ਼ਤ ਨਹੀਂ ਕੀਤਾ, ਭਾਵੇਂ ਕਿਸੇ ਦੀ ਵੀ ਰਹੀ ਹੋਵੇ, ਭਾਵੇਂ ਉਹ ਅੰਗਰੇਜ਼ ਹਕੂਮਤ ਸੀ ਜਾਂ ਉਸ ਤੋਂ ਪਹਿਲਾਂ ਪਠਾਨਾਂ ਦੀ ਸੀ, ਅਫਗਾਨਾਂ ਦੀ ਸੀ ਜਾਂ ਕਿਸੇ ਦੀ ਵੀ ਸੀ ਜੀ। ਉਸ ਇਲਾਕੇ ਨੇ ਆਪਣੇ ਇਲਾਕੇ ਦੇ ਵਿੱਚ ਕਿਸੇ ਦੇ ਕਬਜ਼ੇ ਨੂੰ ਬਰਦਾਸ਼ਤ ਕਦੀ ਨਹੀਂ ਕੀਤਾ। ਇਹੀ ਕਾਰਨ ਸੀ ਕਿ 1880 ਦੇ ਵਿੱਚ ਜਿਹੜਾ ਸੀ ਇੱਕ ਵਾਰ ਇਹ ਜਿਹੜੀਆਂ ਸਾਰੀਆਂ ਚੌਂਕੀਆਂ ਜਿਹੜੀਆਂ ਸੀ ਉਹ ਢਾਹ ਦਿੱਤੀਆਂ ਗਈਆਂ ਤੇ ਬਾਅਦ ਵਿੱਚ ਜਿਹੜਾ ਸੀ ਇੱਕ ਖੇਡ ਦੇ ਰਾਹੀਂ ਇੱਕ ਸਮਝੌਤਾ ਕੀਤਾ ਗਿਆ, ਜਿੰਦੇ ਰਾਹੀਂ ਇਹ 3 ਚੌਂਕੀਆਂ ਗੁਲਿਸਤਾਨ ਦੀ, ਲੋਕਹਾਟ ਦੀ ਤੇ ਸਾਰਾਗੜ੍ਹੀ ਦੀ, ਇਹ 3 ਕਿਲੇ ਉਸਾਰਨ ਦੀ ਜਿਹੜੀ ਸੀ ਉਹ ਇਲਾਕੇ ਵਾਲਿਆਂ ਨੇ, ਕੁਝ ਲੋਕਾਂ ਨੇ ਇਜਾਜ਼ਤ ਜਿਹੜੀ ਸੀ ਉਸ ਵੇਲੇ ਦੇ ਦਿੱਤੀ ਗਈ। ਔਰ ਪਰ ਇਹ ਇਜਾਜ਼ਤ ਮਿਲਣ ਤੋਂ ਬਾਅਦ ਵਿੱਚ ਵੀ ਜਿਹੜਾ ਸੀ ਉਹ ਲੋਕ ਜਿਹੜਾ ਸੀ ਇਹ ਚੀਜ਼ ਨੂੰ ਬਰਦਾਸ਼ਤ ਨਹੀਂ ਸੀ ਕਰਨਾ ਚਾਹੁੰਦੇ ਤੇ ਉਹ ਚਾਹੁੰਦੇ ਸੀ ਕਿ ਇਹ ਕਿਲੇ ਜਿਹੜੇ ਨੇ ਜਾਂ ਇਹ ਚੌਂਕੀਆਂ ਜਿਹੜੀਆਂ ਨੇ ਇਹਨਾਂ ਦੇ ਉੱਤੇ ਕਬਜ਼ਾ ਕਰ ਲਿਆ ਜਾਵੇ ਤੇ ਇੱਥੋਂ ਜਿਹੜਾ ਸੀ ਜਿਹੜਾ ਕਿਸੇ ਵੀ ਹਕੂਮਤ ਨੂੰ ਖਦੇੜ ਦਿੱਤਾ ਜਾਵੇ ਜੀ। ਬਿਲਕੁਲ। ਸੋ ਜਿਵੇਂ ਤੁਸੀਂ ਜ਼ਿਕਰ ਕੀਤਾ ਇਸ ਅਸਾਮੀ ਜੰਗ ਦਾ ਤੇ ਨਾਲ ਗੱਲ ਕਰੀਏ ਕਿ ਸਾਧਨ ਵੀ ਉਹਨਾਂ ਦੇ ਕੋਲ ਸੀਮਤ ਸਨ ਜੀ ਜੀ ਬਿਲਕੁਲ। ਪਰ ਸਭ ਤੋਂ ਪਹਿਲਾਂ ਮੈਂ ਇਹ ਜਾਣਨਾ ਚਾਹੂੰਗਾ ਕਿ ਭੂਗੋਲਿਕ ਸਥਿਤੀ ਜਿਹੜੀ ਆ ਉਹ ਕਿਵੇਂ ਦੀ ਸੀਗੀ ਇਸ ਕਿਲੇ ਦੀ
ਆਲਾ ਦੁਆਲਾ ਕਿਵੇਂ ਦਾ ਸੀਗਾ, ਕਹਿਣ ਤੋਂ ਭਾਵ? ਕਹਿੰਦੇ ਨੇ ਕਿ ਉੱਚੀ ਪਹਾੜੀ ਦੇ ਉੱਪਰ ਜਿਹੜਾ ਇਹ ਸਾਰਾਗੜ੍ਹੀ ਦਾ ਕਿਲ੍ਹਾ ਬਣਿਆ ਹੋਇਆ ਸੀ, ਚੌਂਕੀ ਜਿੰਦੇ ਵਿੱਚ 36 ਸਿੱਖ ਰੈਜੀਮੈਂਟ ਦੇ ਨੌਜਵਾਨ ਸਨ ਜੀ, ਜਿਨ੍ਹਾਂ ਦੀ ਗਿਣਤੀ ਉਸ ਵੇਲੇ ਜਿਹੜੀ ਸੀ 21 ਦੱਸੀ ਜਾਂਦੀ ਆ। ਔਰ ਇਹ 21 ਸਿੱਖ ਜਿਹੜੇ ਸਨ ਇਸ ਚੌਂਕੀ ਨੂੰ, ਸਾਰਾਗੜ੍ਹੀ ਨੂੰ ਜਿਹੜਾ ਸੀ ਉਹਦੀ ਸੰਭਾਲ ਕਰਦੇ ਪਏ ਸੀ। ਉੱਥੇ ਤਾਇਨਾਤ ਕੀਤੇ ਗਏ ਸੀ। ਉੱਚੀ ਪਹਾੜੀ ਦੇ ਹੋਣ ਕਰਕੇ ਤਿੰਨਾਂ ਪਾਸਿਆਂ ਤੋਂ ਉੱਚੀ ਪਹਾੜੀ ਸੀ ਔਰ ਇੱਕ ਪਾਸੇ ਤੋਂ ਹੀ ਜਿਹੜਾ ਰਸਤਾ ਸੀ। ਤੋ ਇਹ ਭੂਗੋਲਿਕ ਸਥਿਤੀ ਜਿਹੜੀ ਸੀ ਅਸੀਂ ਦੇਖਦੇ ਪਏ ਹਾਂ ਕਿ ਉੱਚੀ ਪਹਾੜੀ ਦੇ ਉੱਤੇ ਇੱਕ ਪਾਸੇ ਸਿੱਖ ਡਟੇ ਹੋਏ ਨੇ ਤੇ ਦੂਸਰੇ ਪਾਸੇ ਜਿਹੜਾ ਖੁੱਲਾ ਮੈਦਾਨ ਹੈ ਉਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ 10,000 ਤੋਂ ਜ਼ਿਆਦਾ ਵਿਦਵਾਨ ਕਹਿੰਦੇ ਨੇ ਕਿ ਇਹ ਗਿਣਤੀ ਜਿਹੜੀ ਹੈ ਉਸ ਵੇਲੇ ਉਹਨਾਂ ਪਠਾਨਾਂ ਦੀ, ਉਹ ਔਰਕਜ਼ਾਈਆਂ ਦੀ ਜਿਹੜੀ ਗਿਣਤੀ ਸੀ ਉਹਨਾਂ ਨੇ, ਜਿਨ੍ਹਾਂ ਨੇ ਆ ਕੇ ਉਸ ਵੇਲੇ ਹਮਲਾ ਕੀਤਾ ਸੀ। ਜੀ ਜੀ ਬਿਲਕੁਲ। ਤੇ ਇਹ ਜਿਹੜੇ 21 ਸਿੱਖ ਸਨ ਇਸ ਕਿਲੇ ਦੇ ਵਿੱਚ, ਉਹਨਾਂ ਦੀ ਅਗਵਾਈ ਕੌਣ ਕਰ ਰਿਹਾ ਸੀਗਾ? ਤੇ ਕਹਿੰਦੇ ਆ ਕਿ ਪੁਰਾਣੇ ਸਮੇਂ ਦੇ ਵਿੱਚ ਇੱਕ ਸਿਗਨਲ ਮੈਨ ਵੀ ਹੁੰਦਾ ਸੀਗਾ। ਇਹਨਾਂ ਦੇ ਵਿੱਚ ਸਿਗਨਲ ਮੈਨ ਕੌਣ ਸੀ ਤੇ ਉਹਦੀ ਕੀ ਭੂਮਿਕਾ ਜਿਹੜੀ ਆ ਉਹ ਰਹਿੰਦੀ ਸੀਗੀ? ਦੇਖੋ ਜੀ, ਇਹ ਜਿਹੜੀ ਸਾਰੀ ਬਟਾਲੀਅਨ ਸੀ, 36 ਸਿੱਖ ਬਟਾਲੀਅਨ ਜਿਹੜੀ ਸੀ, ਜਿਹੜੀ ਉੱਥੇ ਤਾਇਨਾਤ ਕੀਤੀ ਗਈ ਜੀ, ਉਹਨਾਂ ਦੀ ਅਗਵਾਈ ਸਰਦਾਰ ਈਸ਼ਰ ਸਿੰਘ ਕਰਦੇ ਪਏ ਸਨ, ਜਿਨ੍ਹਾਂ ਦਾ ਫੌਜ ਦੇ ਵਿੱਚ ਜਿਹੜਾ ਸੀ ਰੁਤਬਾ ਹਵਾਲਦਾਰ ਦਾ ਸੀ ਜੀ। ਔਰ ਸਰਦਾਰ ਗੁਰਮੁਖ ਸਿੰਘ ਜਿਹੜੇ ਸਨ ਉਹ ਸਿਗਨਲ ਮੈਨ ਸਨ ਜੀ। ਤੇ ਜਿਹੜੇ ਇੱਕ ਚੌਂਕੀ ਤੋਂ ਦੂਸਰੀ ਚੌਂਕੀ ਤੱਕ ਜਿਹੜਾ ਸੀ ਉਹ ਸਿਗਨਲ ਭੇਜਿਆ ਜਾਂਦਾ ਸੀ, ਕੋਈ ਮਦਦ ਵਾਸਤੇ ਜਾਂ ਕੋਈ ਵਿਸ਼ੇਸ਼ ਜਿਹੜਾ ਸੀ ਸੁਨੇਹਾ ਦੇਣ ਵਾਸਤੇ। ਸੋ ਇਸ ਕਰਕੇ ਜਿਹੜੇ ਇਹ ਦੋ ਮੁੱਖ ਅਹੁਦੇ ਸਨ, ਸਰਦਾਰ ਗੁਰਮੁਖ ਸਿੰਘ ਜਿਹੜੇ ਸਨ ਉਹ ਸਿਗਨਲ ਮੈਨ ਦੀ ਡਿਊਟੀ ਕਰਦੇ ਸੀ ਤੇ ਸਮੁੱਚੀ ਉਹ ਟੀਮ ਜਿਹੜੀ ਸੀ ਉਹ 36 ਬਟਾਲੀਅਨ ਜਿਹੜੀ ਸੀ, 21 ਸਿੱਖਾਂ ਦੀ 20 ਸਿੱਖ ਕਵਾਂਗੇ ਤੇ 21ਵੇਂ ਸਰਦਾਰ ਈਸ਼ਰ ਸਿੰਘ ਜੀ ਜਿਹੜੇ ਸਨ, ਉਹਨਾਂ ਦੀ ਅਗਵਾਈ ਹਵਾਲਦਾਰ ਈਸ਼ਰ ਸਿੰਘ ਜਿਹੜੇ ਸਨ ਉਹ ਕਰਦੇ ਪਏ ਸਨ ਜੀ, ਜਿਨ੍ਹਾਂ ਦੇ ਵਿੱਚੋਂ ਇੱਕ ਸਿਗਨਲ ਮੈਨ ਸੀਗਾ, ਜਿਹਦਾ ਕੰਮ ਸੀਗਾ ਕਿ ਟੋਟਲ ਪਿੱਛੇ ਦੱਸਣਾ ਕਿ ਇੱਥੇ ਅਟੈਕ ਹੋ ਗਿਆ ਜਾਂ ਕੁਝ। ਟੋਟਲ ਗਿਣਤੀ ਜਿਹੜੀ ਸੀ ਉਸ ਵੇਲੇ 21 ਸਿੱਖਾਂ ਦੀ ਉੱਥੇ ਕਹੀ ਜਾਂਦੀ ਸੀ। ਜੀ ਜੀ ਜੀ। ਤੇ ਇਸ ਤੋਂ ਇਲਾਵਾ ਗੱਲ ਕਰੀਏ ਤੇ ਜਦੋਂ ਸਿਗਨਲ ਮੈਨ ਦਾ ਕੰਮ ਹੁੰਦਾ ਕਿ ਜਦੋਂ ਕਿਸੇ ਜਗ੍ਹਾ ਦੇ ਉੱਤੇ ਅਟੈਕ ਹੁੰਦਾ ਤਾਂ ਸਭ ਤੋਂ ਪਹਿਲਾ ਕੰਮ ਉਹਦਾ ਆ ਕਿ ਉਹਨੇ ਪਿੱਛੇ ਦੱਸਣਾ ਹੁੰਦਾ ਕਿ ਇਸ ਜਗ੍ਹਾ ਦੇ ਉੱਤੇ ਹਮਲਾ ਹੋ ਗਿਆ, ਅਟੈਕ ਹੋ ਗਿਆ। ਤਾਂ ਉਹਨਾਂ ਦੇ ਵੱਲੋਂ ਕੀ ਸਿਗਨਲ ਜਿਹੜਾ ਆ ਉਹ ਪਿੱਛੇ ਭੇਜਿਆ ਗਿਆ ਤੇ ਪਿੱਛੋਂ ਕੀ ਸੁਨੇਹਾ ਜਿਹੜਾ ਆ ਉਹ ਇਹਨਾਂ ਤੱਕ ਪਹੁੰਚਿਆ ਸੀਗਾ? ਜਿਹੜੇ ਔਰਕਜ਼ਾਈਏ, ਜਿਹੜੇ ਪਠਾਨ ਉਸ ਵੇਲੇ ਹਮਲਾ ਕਰਨ ਵਾਸਤੇ ਆਏ ਸਨ, ਜਿਨ੍ਹਾਂ ਦੀ ਗਿਣਤੀ ਉਸ ਵੇਲੇ ਜੇ ਦੇਖਿਆ ਜਾਵੇ ਤੇ ਅਸਾਮੀ ਦੀ ਜੰਗ ਆ ਕਿ ਇੱਕ ਪਾਸੇ 21 ਸਿੱਖ ਹੋਣ, ਕੁਝ ਵੀ ਨਹੀਂ ਅਸੀਂ ਕਹਿ ਸਕਦੇ ਕਿ ਇੱਕ ਪਾਸੇ ਹਜ਼ਾਰਾਂ ਦੀ ਗਿਣਤੀ ਹੋਵੇ। ਉਹਨਾਂ ਪਠਾਨਾਂ ਵੱਲੋਂ ਜਿਹੜਾ ਸੀ ਇੱਕ ਸਫੇਦ ਝੰਡਾ ਲਹਿਰਾ ਕਰਕੇ ਤੇ ਇੱਕ ਉੱਚੀ ਆਵਾਜ਼ ਦੇ ਵਿੱਚ ਜਿਹੜੀ ਪਸ਼ਤੋ ਭਾਸ਼ਾ ਉਹਨਾਂ ਦੀ ਸੀ, ਉਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਜੇਕਰ ਤੁਸੀਂ ਇਹ ਚੌਂਕੀ ਨੂੰ, ਇਸ ਗੜੀ ਨੂੰ, ਇਸ ਕਿਲੇ ਨੂੰ ਤੁਸੀਂ ਛੱਡ ਦਿੰਦੇ ਹੋ ਤੇ ਤੁਹਾਨੂੰ ਬਾਹਿਫਾਜ਼ਤ ਇੱਥੋਂ ਜਾਣ ਦਿੱਤਾ ਜਾਵੇਗਾ ਜੀ, ਤੇ ਜੇਕਰ ਤੁਸੀਂ ਵਿਰੋਧ ਕਰੋਗੇ ਤੇ ਤੁਹਾਡੀ ਮੌਤ ਦੇ ਤੁਸੀਂ ਜ਼ਿੰਮੇਵਾਰ ਹੋਵੋਗੇ। ਸਿੱਖਾਂ ਵੱਲੋਂ ਵੀ ਪਸ਼ਤੋ ਦੇ ਵਿੱਚ ਹੀ ਜਿਹੜਾ ਹੈ ਸਰਦਾਰ ਈਸ਼ਰ ਸਿੰਘ ਵੱਲੋਂ ਬਿਲਕੁਲ ਜਵਾਬ ਉਸੇ ਭਾਸ਼ਾ ਵਿੱਚ ਦਿੱਤਾ ਗਿਆ ਕਿ ਅਸੀਂ ਜਿੰਨੀ ਦੇਰ ਤੱਕ ਜਿਉਂਦੇ ਹਾਂ ਉਨੀ ਦੇਰ ਤੱਕ ਤੁਸੀਂ ਇਸ ਚੌਂਕੀ ਨੂੰ, ਇਸ ਗੜੀ ਨੂੰ ਜਿਹੜਾ ਹੈ ਕਬਜ਼ੇ ਵਿੱਚ ਨਹੀਂ ਲੈ ਸਕਦੇ। ਦੂਸਰੇ ਪਾਸੇ ਜਿਹੜਾ ਸੀ ਉਹ ਸਰਦਾਰ ਗੁਰਮੁਖ ਸਿੰਘ ਨੂੰ ਕਿਹਾ ਗਿਆ ਕਿ ਤੁਸੀਂ ਜਿਹੜਾ ਸੀ ਪਿੱਛੇ ਸੁਨੇਹਾ ਅੰਗਰੇਜ਼ ਫੌਜ ਨੂੰ ਜਿਹੜਾ ਸੀ ਦੂਸਰੀ ਬਟਾਲੀਅਨ ਜਿੱਥੇ ਖੜੀ ਸੀ ਉਹਨਾਂ ਤੱਕ ਸਿਗਨਲ ਭੇਜਿਆ ਜਾਵੇ। ਜਦੋਂ ਉਹਨਾਂ ਨੂੰ ਸਿਗਨਲ ਦੱਸਿਆ ਗਿਆ ਕਿ ਪਿੱਛੇ ਫੌਜ ਜਿਹੜੀ ਹੈ ਹਮਲਾ ਕੀਤਾ ਗਿਆ, ਇਹ 10,000 ਪਠਾਨ ਆ ਚੁੱਕੇ ਨੇ ਔਰ ਚੌਂਕੀ ਨੂੰ ਘੇਰਾ ਪਾ ਚੁੱਕੇ ਨੇ ਤੇ ਕੀ ਕੀਤਾ ਜਾਵੇ, ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਤੁਸੀਂ ਚੌਂਕੀ ਨੂੰ, ਗੜੀ ਨੂੰ ਛੱਡ ਕਰਕੇ ਤੇ ਤੁਸੀਂ ਵਾਪਸ ਆ ਜਾਓ ਜੀ। ਔਰ ਨਾਲ ਹੀ ਇਹ ਵੀ ਗੱਲ ਕਹੀ ਗਈ ਸੀ ਕਿ ਫੈਸਲਾ ਜਿਹੜਾ ਹੈ ਉਹ ਤੁਹਾਡੇ ਉੱਪਰ ਹੈ ਕਿ ਤੁਸੀਂ ਕੀ ਲੈਣਾ ਚਾਹੁੰਦੇ ਹੋ। ਰਾਖਵਾਂ ਫੈਸਲਾ ਫਿਰ ਵੀ ਜਿਹੜਾ ਸੀ ਉਹ ਚੌਂਕੀ ਇੰਚਾਰਜ ਦੇ ਉੱਪਰ ਸਰਦਾਰ ਈਸ਼ਰ ਸਿੰਘ ਉਹਨਾਂ ਉੱਪਰ ਜਿਹੜਾ ਸੀ ਉਹਨਾਂ ਨੇ ਛੱਡ ਦਿੱਤਾ ਗਿਆ। ਜਿਵੇਂ ਅਸੀਂ 71 ਦੀ ਜੰਗ ਦੇਖਦੇ ਹਾਂ, ਭਾਰਤ ਪਾਕਿਸਤਾਨ ਦੀ ਜੰਗ ਹੋਈ ਔਰ ਖੇਮਕਰਨ ਬਾਰਡਰ ਦੇ ਉੱਪਰ ਜਿਹੜਾ ਸੀ ਫੌਜ ਤੈਨਾਤ ਸੀ, ਅਬਦੁਲ ਹਮੀਦ ਵਰਗੇ ਵੀ ਬਹੁਤ ਸਾਰੇ ਯੋਧੇ ਉੱਥੇ ਸਨ, ਜਨਰਲ ਹਰਬਖਸ਼ ਸਿੰਘ ਵਰਗੇ, ਉਹਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਫੌਜ ਜਿਹੜੀ ਹੈ ਉਹ ਪਿੱਛੇ ਹਟ ਜਾਓ ਬਾਰਡਰ ਨੂੰ ਛੱਡ ਕੇ। ਪਰ ਉਹਨਾਂ ਨੇ ਵੀ ਉਸ ਵੇਲੇ ਕਿਹਾ ਸੀ, ਕਹਿਣ ਲੱਗੇ ਕਿ ਇਹ ਸਾਡੇ ਪੰਜਾਬ ਦੀ ਧਰਤੀ ਹੈ, ਗੁਰੂਆਂ ਪੀਰਾਂ ਦੀ ਧਰਤੀ ਹੈ, ਅੱਗੇ ਅਸੀਂ ਨਨਕਾਣੇ ਨੂੰ ਤਰਸਦੇ ਪਏ ਹਾਂ, ਅੱਗੇ ਅਸੀਂ ਕਰਤਾਰਪੁਰ ਸਾਹਿਬ ਨੂੰ ਤਰਸਦੇ ਪਏ ਹਾਂ। ਜੇ ਅੱਜ ਅਸੀਂ ਖੇਮਕਰਨ ਬਾਰਡਰ ਛੱਡ ਕੇ ਪਿੱਛੇ ਹੋ ਗਏ ਤੇ ਫਿਰ ਅਸੀਂ ਕੱਲ ਨੂੰ ਅੰਮ੍ਰਿਤਸਰ ਨੂੰ ਵੀ ਤਰਸਾਂਗੇ। ਸੋ ਜਿੰਨੀ ਦੇਰ ਤੱਕ ਸਾਡੇ ਬਟਾਲੀਅਨ ਦੇ ਵਿੱਚ ਜਾਨ ਹੈ ਜਾਂ ਸਾਡੇ ਵਿੱਚ ਜਾਨ ਹੈ, ਉਨੀ ਦੇਰ ਤੱਕ ਅਸੀਂ ਜਿਹੜਾ ਵਾ ਉਹ ਬਾਰਡਰ ਨਹੀਂ ਛੱਡਾਂਗੇ। ਔਰ ਇਤਿਹਾਸ ਗਵਾਹ ਸੀ ਉਸ ਗੱਲ ਦਾ ਕਿ ਅਬਦੁਲ ਹਮੀਦ ਵਰਗਿਆਂ ਨੇ ਭਾਵੇਂ ਕਹਿੰਦੇ ਸੀ ਕਿ ਇਹ ਮੁਸਲਮਾਨ ਆ ਜੀ, ਇਹ ਕਿਵੇਂ ਆਪਣੀ ਕੌਮ ਦੇ ਖਿਲਾਫ ਲੜੇਗਾ, ਪਰ ਉਹਨਾਂ ਨੇ ਜਿਹੜਾ ਪਾਕਿਸਤਾਨ ਦੀ ਜਿਹੜੇ ਟੈਂਕ ਸੀ ਉਹਨਾਂ ਨੂੰ ਨਿਸਤੋ ਨਾਬੂਦ ਕਰ ਦਿੱਤਾ ਸੀ ਔਰ ਉਹ
ਜੰਗ ਜਿਹੜੀ ਸੀ ਉਹਦੇ ਵਿੱਚ ਜਨਰਲ ਹਰਬਖਸ਼ ਸਿੰਘ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਪਾਕਿਸਤਾਨ ਦੀ ਫੌਜ ਨੂੰ ਜਿਹੜਾ ਸੀ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਜਾਂ ਇਸ ਪੰਜਾਬ ਦੀ ਇਸ ਖਿੱਤੇ ਦੇ ਵਿੱਚ ਪੈਰ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਆਖਰੀ ਦਮ ਤੱਕ ਲੜੇ ਔਰ ਉਸ ਜੰਗ ਦੇ ਵਿੱਚ ਵੀ ਉਹਨਾਂ ਦੀ ਜਿੱਤ ਹਾਸਲ ਹੋਈ ਸੀ। ਇਸੇ ਤਰ੍ਹਾਂ ਹੀ ਸਰਦਾਰ ਈਸ਼ਰ ਸਿੰਘ ਹੋਣਾ ਨੇ ਵੀ ਉੱਥੇ ਫੈਸਲਾ ਕੀਤਾ ਸੀ ਕਿ ਅਸੀਂ ਜਿੰਨੀ ਦੇਰ ਤੱਕ ਮੌਜੂਦ ਹਾਂ ਉਨੀ ਦੇਰ ਤੱਕ ਅਸੀਂ ਲੜਾਂਗੇ, ਜਦੋਂ ਅਸੀਂ ਖਤਮ ਹੋ ਜਾਵਾਂਗੇ ਫਿਰ ਸਾਨੂੰ ਕੋਈ ਨਹੀਂ, ਪਰ ਜਿੰਨੀ ਦੇਰ ਤੱਕ ਸਾਡੇ ਸਵਾਸ ਨੇ, ਸਾਡਾ ਸਰੀਰ ਹੈ, ਉਨੀ ਦੇਰ ਤੱਕ ਅਸੀਂ ਇਸ ਜੰਗ ਦੇ ਵਿੱਚ ਅਸੀਂ ਖੜੇ ਰਵਾਂਗੇ, ਅਸੀਂ ਲੜਦੇ ਰਵਾਂਗੇ ਜੀ। ਸੋ ਬਿਲਕੁਲ ਸੰਗਤ ਜੀ, ਜ਼ਿਕਰ ਜਿਹੜਾ ਆ ਉਹ ਇਤਿਹਾਸ ਜੇਕਰ ਪੜ੍ਹੀਏ ਤਾਂ ਉਹਦੇ ਵਿੱਚ ਹਰੇਕ ਪੰਨੇ ਦੇ ਉੱਤੇ ਸਿੱਖਾਂ ਦੀ ਬਹਾਦਰੀ ਜਿਹੜੀ ਆ ਉਹਦਾ ਜ਼ਿਕਰ ਮਿਲਦਾ ਆ। ਅਜਿਹੀਆਂ ਅਸਾਮੀਆਂ ਜੰਗਾਂ ਜਿਹੜੀਆਂ ਆ ਉਹ ਸਿੱਖਾਂ ਨੇ ਪਹਿਲਾਂ ਵੀ ਬਹੁਤ ਲੜੀਆਂ ਨੇ, ਪਰ ਇਸ ਜੰਗ ਦੀ ਜੇਕਰ ਗੱਲ ਕਰੀਏ ਜਿਸ ਨੂੰ ਸਾਰਾਗੜ੍ਹੀ ਦੀ ਜੰਗ ਕਿਹਾ ਜਾਂਦਾ ਹੈ, ਤਾਂ ਇਸ ਦੇ ਵਿੱਚ ਵੀ ਮੁੱਠੀ ਭਰ ਸਿੱਖਾਂ ਨੇ 10,000 ਅਫਗਾਨਾਂ ਦਾ ਮੁਕਾਬਲਾ ਜਿਸ ਬਹਾਦਰੀ ਦੇ ਨਾਲ ਕੀਤਾ, ਉਸ ਨੂੰ ਇਤਿਹਾਸ ਦੇ ਵਿੱਚ ਉਸ ਦਾ ਜ਼ਿਕਰ ਕਰਨਾ ਜਿਹੜਾ ਆ ਉਹ ਬੜਾ ਜ਼ਰੂਰੀ ਆ। ਤੇ ਗੱਲ ਨੂੰ ਅੱਗੇ ਜਿਹੜਾ ਆ ਉਹ ਤੋਰਦੇ ਆ ਕਿ ਜੇਕਰ ਸਿੰਘ ਸਾਹਿਬ ਜੀ ਜ਼ਿਕਰ ਕਰਦੇ ਆ ਆਪਾਂ ਕਿ 21 ਸਿੱਖ ਸਨ, ਤਾਂ ਸੁਭਾਵਿਕ ਗੱਲ ਹੈ ਕਿ ਉੱਥੇ ਸਾਧਨ ਵੀ ਉਹਨਾਂ ਕੋਲ ਬਹੁਤ ਥੋੜੇ ਹੋਣਗੇ, ਗੋਲੀ ਸਿੱਕਾ, ਕਿਉਂਕਿ ਉਸ ਸਮੇਂ ਅੱਜ ਦੇ ਸਮੇਂ ਵਰਗੇ ਸਾਧਨ ਨਹੀਂ ਮੌਜੂਦ ਹੋ ਸਕਦੇ ਨਾ, ਅੱਜ ਵਰਗੀ ਰਾਈਫਲ ਨਹੀਂ ਹੋ ਸਕਦੀ, ਅੱਜ ਵਰਗਾ ਜਿਹੜਾ ਕੋਈ ਵੀ ਕਿਸੇ ਕਿਸਮ ਦਾ ਵੀ ਸਾਧਨ ਜਿਹੜਾ ਵਾ ਉਹ ਮੌਜੂਦ ਨਹੀਂ ਹੋ ਸਕਦਾ ਉਸ ਵੇਲੇ। ਤਾਂ ਤੇ ਕਿੰਨਾ ਕੁ ਉਹਨਾਂ ਦੇ ਕੋਲ ਉਸ ਵੇਲੇ 10,000 ਜਿਹੜੇ ਅਫਗਾਨ ਸੀ ਉਹਨਾਂ ਦਾ ਮੁਕਾਬਲਾ ਕਰਨ ਵਾਸਤੇ ਗੋਲੀ ਸਿੱਕਾ ਜਿਹੜਾ ਆ ਉਹ ਕਿੰਨਾ ਕੁ ਸੀਗਾ, ਤੇ ਕਿਵੇਂ ਫਿਰ ਇਹ ਜੰਗ ਜਿਹੜੀ ਆ ਉਹ ਸ਼ੁਰੂ ਹੁੰਦੀ ਆ? ਬੈਟਲ ਆਫ ਸਾਰਾਗੜ੍ਹੀ ਕਿਤਾਬ ਦਾ ਜਿਹੜਾ ਲੇਖਕ ਆ ਉਹ ਲਿਖਦਾ ਇਸ ਗੱਲ ਨੂੰ ਕਿ ਹਰ ਇੱਕ ਸਿਪਾਹੀ ਦੇ ਕੋਲ ਜਿਹੜਾ ਵਾ ਉਹ ਇੱਕ ਬੰਦੂਕ ਆ 303, ਜਿਹੜੀ ਸਧਾਰਨ ਜਿਹੇ ਤਰੀਕੇ ਦੀ ਬੰਦੂਕ। ਅੱਜ ਕੱਲ ਜਦੋਂ ਬੱਚਿਆਂ ਦੀ ਕੋਈ ਕੈਂਪ ਲਗਾਏ ਜਾਂਦੇ ਨੇ, ਅੱਜ NCC ਵਗੈਰਾ ਦੇ ਕੈਂਪ ਜਦੋਂ ਲਗਾਏ ਜਾਂਦੇ 303 ਦੇ ਫਾਇਰ ਕਰਾਏ ਜਾਂਦੇ ਨੇ। ਸਧਾਰਨ ਜਿਹੇ ਤਰੀਕੇ ਦੀ ਬੰਦੂਕ ਜਿਹੜੀ ਸੀ 303 ਦੀ ਉਹਨਾਂ 21 ਸਿੱਖਾਂ ਦੇ ਕੋਲ ਆ ਜੀ। 100 ਗੋਲੀ ਜਿਹੜੀ ਸੀ ਉਹਨਾਂ ਨੂੰ ਕੋਲ ਦਿੱਤੀ ਗਈ ਹੈ ਤੇ 300 ਗੋਲੀ ਜਿਹੜੀ ਆ ਉਹ ਰਿਜ਼ਰਵ, ਭਾਵ ਕਿ 400 ਗੋਲੀ ਹਰ ਸਿਪਾਹੀ ਨੂੰ ਦਿੱਤੀ ਗਈ ਆ ਜੀ। 100 ਗੋਲੀ ਕੋਲ ਆ ਤੇ 300 ਗੋਲੀ ਰਿਜ਼ਰਵ ਰੱਖੀ ਗਈ ਹੈ ਜੀ। ਸੋ ਇਹ ਸੀਮਤ ਦੇ ਸਾਧਨ ਨੇ 303 ਵਰਗੀਆਂ ਬੰਦੂਕਾਂ ਜਿਹੜੀਆਂ 1 ਮਿੰਟ ਦੇ ਵਿੱਚ ਵੱਧ ਤੋਂ ਵੱਧ 10 ਫਾਇਰ ਜਿਹੜੀਆਂ ਸੀ ਉਹ ਕਰ ਸਕਦੀਆਂ ਸੀ ਜੀ। ਸੋ ਇਹ ਤਰੀਕੇ ਦੇ ਸਾਧਨ ਉਸ ਵੇਲੇ ਜਿਹੜੇ ਸੀ ਉਹਨਾਂ ਕੋਲ ਮੌਜੂਦ ਸੀ ਜੀ। ਬਿਲਕੁਲ, ਤੁਸੀਂ ਸਾਧਨਾਂ ਦੀ ਗੱਲ ਕੀਤੀ ਤਾਂ ਜ਼ਿਕਰ ਕਰੀਏ ਇਹਨਾਂ 21 ਸਿੱਖਾਂ ਦੀ ਉਮਰ ਦਾ, ਤਾਂ ਸਿੰਘ ਸਾਹਿਬ ਜੀ ਇਹ ਜ਼ਿਕਰ ਮਿਲਦਾ ਹੈ ਕਿ ਇਹਨਾਂ ਦੀ ਉਮਰ ਜਿਹੜੀ ਆ ਉਹ 21 ਤੋਂ ਲੈ ਕੇ 36 ਸਾਲ ਤੱਕ ਸੀਗੀ। ਸਿਰਫ ਇੱਕ ਜਿਹੜੇ ਸੀਗੇ ਇਹਨਾਂ ਦੇ ਵਿੱਚ ਉਹਨਾਂ ਦੀ 46 ਸਾਲ ਉਮਰ ਦੱਸੀ ਜਾਂਦੀ ਹੈ, ਬਾਕੀ ਸਾਰੇ ਹੀ ਯੰਗ ਏਜ ਦੇ ਸੀਗੇ 21 ਤੋਂ ਲੈ ਕੇ 36 ਸਾਲ ਦੇ। ਤੋਂ ਕਹਿਣ ਤੋਂ ਭਾਵ ਕਿ ਉਹਨਾਂ ਦੇ ਵਿੱਚ ਜੋਸ਼ ਜਿਹੜਾ ਆ ਉਹ ਬਹੁਤ ਹੋਵੇਗਾ ਅਤੇ ਹਮੇਸ਼ਾ ਹੀ ਜਿਹੜਾ ਨੌਜਵਾਨ ਹੁੰਦਾ ਆ, ਚਾਹੇ ਲੱਖਾਂ ਦੀ ਗਿਣਤੀ ਦੇ ਵਿੱਚ ਵੀ ਦੁਸ਼ਮਣ ਆਣ ਚੜੇ ਤਾਂ ਡਟ ਕੇ ਮੁਕਾਬਲਾ ਜਿਹੜਾ ਆ ਉਹ ਕੀਤਾ ਜਾਂਦਾ। ਉਮਰਾਂ ਵੀ ਬੜੀਆਂ ਛੋਟੀਆਂ ਸਨ ਜੀ। ਦੇਖੋ ਜੀ, ਜੰਗ ਦੇ ਵਿੱਚ ਪਹਿਲੀ ਤਾਂ ਗੱਲ ਉਮਰਾਂ ਨਹੀਂ ਦੇਖੀਆਂ ਜਾਂਦੀਆਂ, ਉੱਥੇ ਬਹਾਦਰੀ ਦੇਖੀ ਜਾਂਦੀ ਆ, ਉੱਥੇ ਜੋਸ਼ ਦੇਖਿਆ ਜਾਂਦਾ ਜੀ। ਔਰ ਜਿਹੜੀ ਬਹਾਦਰੀ ਹੁੰਦੀ ਆ ਉਹ ਕੌਮ ਦੇ ਵਾਸਤੇ ਜਿਹੜਾ ਵਾ ਉਹ ਜਿਵੇਂ ਅੰਮ੍ਰਿਤ ਦਾ ਕੰਮ ਕਰਦੀ ਆ। ਜਿਵੇਂ ਕੋਈ ਵਿਦਵਾਨ ਕਹਿੰਦਾ ਹੈ ਕਿ ਸ਼ਹੀਦ ਕੀ ਜੋ ਮੌਤ ਹੈ वो कौम की हयात है, जे हयात तो हयात जे मौत भी हयात है। सो पिछे जे इतिहास पढ़ के देखो तो साडे बाबियां दा इतिहास भी कहता है कि बाबा फतेह सिंह जी, बाबा जोरावर सिंह जी, बाबा अजीत सिंह, बाबा जुझार सिंह, वो भी बहुत छोटी उम्र दे विच जिहड़ा सी उन्हां ने जंग दे विच जोर दिखाया। इत्थों तक कि गुरु तेग बहादुर साहब महाराज 13 साल ਦੀ ਉਮਰ ਦੇ ਵਿੱਚ ਉਹਨਾਂ ਨੇ ਕਰਤਾਰਪੁਰ ਦੀ ਜੰਗ ਜਿਹੜੀ ਸੀ ਉਹ ਲੜੀ ਸੀ ਜੀ। ਸੋ ਫੌਜ ਦੇ ਵਿੱਚ ਵੀ ਇੱਕ ਨਿਯਮ ਹੁੰਦਾ ਹੈ ਕਿ ਨਿਯਮ ਦੇ ਅਨੁਸਾਰ ਜਿਹੜਾ ਤਕਰੀਬਨ 35-36 ਸਾਲ ਦੀ ਉਮਰ ਤੱਕ ਜਿਹੜਾ ਫੌਜ ਦੇ ਵਿੱਚੋਂ ਰਿਟਾਇਰਮੈਂਟ ਵੀ ਕਰ ਦਿੱਤੀ ਜਾਂਦੀ, ਕਿਉਂਕਿ ਫਿਜ਼ੀਕਲੀ ਫਿੱਟ ਜਿਹੜਾ ਇਨਸਾਨ ਉਹ ਜ਼ਰੂਰੀ ਚਾਹੀਦਾ। ਸੋ ਇਹ ਸਾਰੇ ਨੌਜਵਾਨ ਨੇ ਜਿਨ੍ਹਾਂ ਦੀ ਗਿਣਤੀ 21 ਆ ਤੇ ਜਿਹੜੇ ਉਸ ਵੇਲੇ ਇਸ ਸਾਰਾਗੜ੍ਹੀ ਦੀ ਜੰਗ ਦੇ ਵਿੱਚ ਆਪਣੇ ਆਪ ਦੀਆਂ ਕੁਰਬਾਨੀਆਂ ਦੇਣ ਵਾਸਤੇ, ਜਾਨ ਵਾਰਨ ਵਾਸਤੇ ਜਿਹੜਾ ਸੀ ਉਸ ਵੇਲੇ ਸਾਰੇ ਤਿਆਰ ਖੜੋਤੇ ਹੋਏ ਨੇ ਜੀ। ਤੇ ਫਿਰ ਇਹ ਜੰਗ ਜਿਹੜੀ ਆ ਉਹ ਕਿਹੜੇ ਤਰੀਕੇ ਨਾਲ, ਕਿਹੜੀ ਜਿਹੜੀ ਆ ਉਹ ਰਣਨੀਤੀ ਦੇ ਨਾਲ ਲੜੀ ਜਾਂਦੀ ਹੈ, ਕਿਵੇਂ ਮੁਕਾਬਲਾ ਜਿਹੜਾ ਹੈ ਉਹ ਕੀਤਾ ਜਾਂਦਾ ਹੈ? ਕਿਉਂਕਿ ਜੇਕਰ ਜਿਸ ਨੂੰ ਇਸ ਗੱਲ ਦਾ ਨਹੀਂ ਪਤਾ, ਇਸ ਇਤਿਹਾਸ ਦਾ ਨਹੀਂ ਪਤਾ, ਤਾਂ ਕਿਸੇ ਨੂੰ ਇਹ ਗੱਲ ਕਹੀਏ ਕਿ 10,000 ਸੈਨਿਕ ਦਾ ਮੁਕਾਬਲਾ 21 ਨੇ ਕੀਤਾ ਤਾਂ ਕੋਈ ਜਿਹੜੇ ਆ ਉਹ ਮੰਨਣ ਤੋਂ ਇਨਕਾਰ ਵੀ ਕਰਨਗੇ ਕਿ ਇੱਦਾਂ ਹੋ ਨਹੀਂ ਸਕਦਾ। ਪਰ ਇਹ ਅਸੀਂ ਦੇਖਣ ਦੇ ਵਿੱਚ ਆਇਆ ਕਿ ਉਸ ਵੇਲੇ ਜੋ ਲਿਖਤਾਂ ਮਿਲਦੀਆਂ ਨੇ
ਕਿ ਜਦੋਂ ਇਹ ਜੰਗ ਹੋਈ ਆ, ਜੰਗ ਹੋਣ ਤੋਂ ਬਾਅਦ ਵਿੱਚ ਜਿਹੜਾ ਸੀ ਇਹ ਖਾਸ ਤੌਰ ਤੇ ਇਸ ਜੰਗ ਦੀ ਜਿਹੜੀ ਲਲਕਾਰ ਸੀ ਜਾਂ ਇਸ ਜੰਗ ਦੀ ਗੂੰਜ ਜਿਹੜੀ ਸੀ ਉਹ ਬ੍ਰਿਟਿਸ਼ ਅਸੈਂਬਲੀ ਤੱਕ ਗਈ ਸੀ ਔਰ ਖੜੇ ਹੋ ਕਰਕੇ ਉਹਨਾਂ ਨੇ ਉਸ ਵੇਲੇ ਇਹਨਾਂ 21 ਸਿੱਖਾਂ ਨੂੰ ਜਿਹੜਾ ਸੀ ਉਹ ਸ਼ਰਧਾਂਜਲੀ ਵੀ ਦਿੱਤੀ ਗਈ ਸੀ ਔਰ ਯੂਰਪ ਦੇ ਇਤਿਹਾਸ ਦੇ ਵਿੱਚ ਸਾਰਾਗੜ੍ਹੀ ਜੰਗ ਜਿਹੜੀ ਸੀ ਉਹ ਪੜ੍ਹਾਈ ਵੀ ਗਈ। ਯੂਨੈਸਕੋ ਇਤਿਆਦਿਕ ਜਿਹੜੀਆਂ ਸੰਸਥਾਵਾਂ ਸਨ ਉਹਨਾਂ ਨੇ ਬਹੁਤ ਇਸ ਜੰਗ ਦਾ ਜਿਹੜਾ ਸੀ ਉਹ ਜ਼ਿਕਰ ਵੀ ਕੀਤਾ ਗਿਆ। ਜਦੋਂ ਅਸੀਂ ਇਸ ਜੰਗ ਦੀ ਸ਼ੁਰੂਆਤ ਦੀ ਗੱਲ ਕਰਦੇ ਹਾਂ, ਕਹਿੰਦੇ ਸਭ ਤੋਂ ਪਹਿਲਾਂ 9 ਵਜੇ ਸਵੇਰੇ ਜਿਹੜਾ ਸੀ ਉਹ ਬੈਟਲ ਆਫ ਸਾਰਾਗੜ੍ਹੀ ਕਿਤਾਬ ਦੇ ਅਨੁਸਾਰ ਕਹਿੰਦੇ ਸਵੇਰੇ 9 ਵਜੇ ਹਮਲਾ ਹੋਇਆ ਜੀ। ਜਿਹੜੇ ਪਠਾਨ ਅੱਗੇ ਆਏ ਸਭ ਤੋਂ ਪਹਿਲਾਂ ਜਿਨ੍ਹਾਂ ਹਮਲਾ ਕੀਤਾ ਉਹਦੇ ਵਿੱਚ 60 ਪਠਾਨ ਜਿਹੜੇ ਸੀ ਉਹ ਪਹਿਲੇ ਹਮਲੇ ਦੇ ਵਿੱਚ ਜਿਹੜੇ ਸੀ ਉਹ ਮਾਰੇ ਗਏ। ਉਹਦੇ ਵਿੱਚ ਸਰਦਾਰ ਲਾਲ ਸਿੰਘ ਜਿਹੜਾ ਸੀ ਤੇ ਇੱਕ ਹੋਰ ਸਿਪਾਹੀ ਜਿਹੜਾ ਸੀ ਉੱਥੇ ਜ਼ਖਮੀ, ਗੰਭੀਰ ਹਾਲਤ ਵਿੱਚ ਜ਼ਖਮੀ ਹੋਇਆ ਜੀ। ਸੋ ਇਸ ਤੋਂ ਬਾਅਦ ਵਿੱਚ ਜਿਹੜਾ ਸੀ ਉਹ ਫੌਜ ਕੁਝ ਸਮੇਂ ਤੱਕ ਫੌਜ ਵੀ ਰੁਕਦੀ ਆ ਤੇ ਜਿਹੜੇ ਬਾਹਰ ਦੁਸ਼ਮਣ ਪਠਾਨ ਚੜ੍ਹਾਈ ਕਰਕੇ ਆਏ ਉਹਨਾਂ ਨੇ ਵੀ ਥੋੜਾ ਇੰਤਜ਼ਾਰ ਕੀਤਾ। ਫਿਰ ਉਹਨਾਂ ਦੁਬਾਰਾ ਜਿਹੜਾ ਸੀ ਇਹ ਅੱਗੇ ਪ੍ਰਪੋਜ਼ ਰੱਖਿਆ ਕਿ ਜੇਕਰ ਤੁਸੀਂ ਗੜੀ ਛੱਡ ਦਿਓ ਤੇ ਅਸੀਂ ਤੁਹਾਨੂੰ ਬਾ ਹਿਫਾਜ਼ਤ ਜਾਨ ਦੇਵਾਂਗੇ ਜੀ। ਪਰ ਸਿੱਖਾਂ ਨੇ ਉਸ ਵੇਲੇ ਵੀ ਜਿਹੜਾ ਸੀ ਉਹ ਕਿਸੇ ਗੱਲ ਦਾ ਉੱਤਰ ਨਹੀਂ ਦਿੱਤਾ। ਸਰਦਾਰ ਈਸ਼ਰ ਸਿੰਘ ਹੋਣਾ ਨੇ ਉਦੋਂ ਉਸ ਵੇਲੇ ਆਖਿਆ ਸੀ ਕਿ ਜਿੰਨੀ ਦੇਰ ਤੱਕ ਮੈਂ ਨਾ ਕਹਾਂ ਉਨੀ ਦੇਰ ਤੱਕ ਤੁਸੀਂ ਫੌਜ ਜਿਹੜੀ ਪਠਾਨ ਅੱਗੇ ਵਧਣੇ ਸ਼ੁਰੂ ਹੋ ਚੁੱਕੇ ਸੀ ਜੀ। ਪਰ ਉਹਨਾਂ ਨੇ ਕਿਹਾ ਸੀ ਤੁਸੀਂ ਇਹਨਾਂ ਦੇ ਉੱਪਰ ਗੋਲੀ ਨਹੀਂ ਚਲਾਉਣੀ ਕਿਉਂਕਿ ਉਹ ਜਾਣਦੇ ਸੀ ਕਿ ਪਹਿਲੋਂ ਗੋਲੀਆਂ ਜੇਕਰ ਚਲਾਈਆਂ ਗਈਆਂ ਕਿਉਂਕਿ ਸੀਮਤ ਸਾਧਨ ਸਨ, ਬਹੁਤ ਘੱਟ ਉਹਨਾਂ ਕੋਲ ਜਿਹੜੀਆਂ ਗੋਲੀਆਂ ਮੌਜੂਦ ਸੀ, ਜੇਕਰ ਪਹਿਲੋਂ ਹੀ ਚਲਾ ਦਿੱਤੀਆਂ ਜਾਂਦੀਆਂ ਤੇ ਨੁਕਸਾਨ ਜਿਹੜਾ ਸੀ ਉਹਨਾਂ ਦਾ ਹੋਰ ਵੀ ਛੇਤੀ ਹੋ ਸਕਦਾ ਸੀ ਜਾਂ ਦੁਸ਼ਮਣ ਜਿਹੜਾ ਸੀ ਉਹ ਛੇਤੀ ਉਹਨਾਂ ਨੂੰ ਮਾਰ ਕਰਕੇ ਤੇ ਗੜੀ ਤੇ ਉੱਤੇ ਕਬਜ਼ਾ ਕਰ ਸਕਦਾ ਸੀ। ਸੋ ਕਿਹਾ ਗਿਆ ਸੀ ਕਿ ਜਿੰਨੀ ਇਹ ਨੇੜੇ ਆ ਜਾਣ ਇੰਨੀ ਕੁ ਰੇਂਜ ਦੇ ਵਿੱਚ ਆ ਜਾਣ ਕਿ ਸਾਡੀ ਜਿਹੜੀ ਰਾਈਫਲ ਹੈ ਉਹਦੀ ਗੋਲੀ ਦੇ ਦਾਇਰੇ ਤੱਕ ਪਹੁੰਚ ਜਾਣ। 1000 ਗਜ ਤੱਕ ਉਸ ਰਾਈਫਲ ਦੀ ਜਿਹੜੀ ਸੀ ਉਹ ਮਾਰ ਹੁੰਦੀ ਹੈ ਤੇ ਉਸ ਵੇਲੇ ਸਰਦਾਰ ਈਸ਼ਰ ਸਿੰਘ ਨੇ ਕਿਹਾ ਸੀ ਕਿ ਜਿੰਨੀ ਦੇਰ ਤੱਕ ਇਸ ਦਾਇਰੇ 'ਚ ਨਹੀਂ ਆ ਜਾਂਦੇ ਉਨੀ ਦੇਰ ਤੱਕ ਕੋਈ ਗੋਲੀ ਨਹੀਂ ਚਲਾਏਗਾ ਜੀ। ਤੇ ਫਿਰ ਕਿਵੇਂ ਇਹ ਜਿਹੜੇ 21 ਸਿੱਖ ਸਨ ਉਹਨਾਂ ਦੇ ਵਿੱਚੋਂ ਇਹ ਲਗਾਤਾਰ ਸ਼ਹੀਦ ਹੁੰਦੇ ਗਏ ਤਾਂ ਕਹਿੰਦੇ ਇਤਿਹਾਸ 'ਤੇ ਜ਼ਿਕਰ ਮਿਲਦਾ ਕਿ ਲਾਸਟ ਜਦੋਂ ਸਿਗਨਲ ਮੈਨ ਰਹਿ ਗਿਆ ਤਾਂ ਉਹਨੇ ਪਿੱਛੇ ਇਸ਼ਾਰਾ ਜਿਹੜਾ ਆ ਉਹ ਕਰ ਦਿੱਤਾ ਕਿ ਆ ਭਾਣਾ ਜਿਹੜਾ ਇੱਥੇ ਵਾਪਰ ਚੁੱਕਾ। ਜੀ ਬਿਲਕੁਲ ਬਿਲਕੁਲ, ਇਹ ਸ਼ਹੀਦਾਂ ਦੀ ਜਾਂ ਇਹ ਸਿੱਖਾਂ ਦੀ ਬਹਾਦਰੀ ਦਾ ਇੱਕ ਵਿਸ਼ੇਸ਼ ਨਮੂਨਾ ਅਸੀਂ ਕਹਿ ਸਕਦੇ ਹਾਂ, ਇੱਕ ਵਿਸ਼ੇਸ਼ ਇਤਿਹਾਸ ਉਹਨਾਂ ਨੇ ਉਸ ਵੇਲੇ ਰਚ ਦਿੱਤਾ ਕਿਉਂਕਿ ਜਦੋਂ ਦੋ ਪਾਸੜ ਤੋਂ ਗੋਲੀਆਂ ਚੱਲਦੀਆਂ ਨੇ ਸੋ ਨੁਕਸਾਨ ਹੋਣਾ ਜਿਹੜਾ ਉਹ ਜ਼ਾਹਰ ਜੀ ਗੱਲ ਹੁੰਦੀ ਆ। ਜਿੱਥੇ ਸਿੱਖ ਜਿਹੜੇ ਨੇ ਉੱਪਰ ਗੜੀ ਦੇ ਉੱਤੋਂ ਵੀ ਗੋਲੀਆਂ ਚਲਾਉਂਦੇ ਪਏ ਨੇ, 21 ਸਿੱਖ ਗੋਲਾਬਾਰੀ ਚਲਾਉਂਦੇ ਪਏ ਨੇ, ਉੱਥੋਂ ਬਾਹਰਲੇ ਪਾਸੇ ਵੀ ਬਹੁਤ ਸਾਰੀਆਂ ਗੋਲੀਆਂ ਆਈਆਂ ਜਿਨ੍ਹਾਂ ਦੇ ਵਿੱਚ ਸਿੱਖ ਜਿਹੜੇ ਸੀ ਹੌਲੀ ਹੌਲੀ ਜਿਹੜਾ ਸੀ ਉਹ ਸ਼ਹਾਦਤ ਦਾ ਜਾਮ ਪੀਂਦੇ ਗਏ ਤੇ ਇਹ ਸ਼ਹਾਦਤ ਦਾ ਜਾਮ ਪੀਂਦੇ ਆਖਿਰ ਤੇ ਜਿਹੜੇ ਸੀ ਉਹ ਸਰਦਾਰ ਗੁਰਮੁਖ ਸਿੰਘ ਬਚਦੇ ਨੇ ਜਿਨ੍ਹਾਂ ਨੂੰ ਲਾਈਟਮੈਨ ਦਾ ਦਰਜਾ ਸੀ ਜਿਨ੍ਹਾਂ ਦੇ ਕੋਲ। ਉਹਨਾਂ ਨੇ ਸਿਗਨਲ ਜਿਹੜਾ ਸੀ ਪਿੱਛੇ ਸਰਕਾਰ ਨੂੰ ਇਹ ਭੇਜ ਦਿੱਤਾ ਸੀ ਕਿ ਫੌਜ ਜਿਹੜੀ ਸੀ ਬਟਾਲੀਅਨ ਦੇ ਜਿਹੜੇ ਸੀ ਉਹ 20 ਸਿੱਖ 20 ਸਿਪਾਹੀ ਜਿਹੜੇ ਨੇ ਉਹ ਸ਼ਹੀਦ ਹੋ ਚੁੱਕੇ ਨੇ ਜੀ ਤੇ ਮੈਂ ਅਖੀਰਲਾ ਬਚਿਆ ਤੇ ਇਸ ਤੋਂ ਬਾਅਦ ਵਿੱਚ ਮੈਂ ਤੁਹਾਨੂੰ ਸਿਗਨਲ ਨਹੀਂ ਭੇਜਾਂਗਾ। ਔਰ ਨਾਲ ਹੀ ਇਹ ਵੀ ਗੱਲ ਕਹਿ ਦਿੱਤੀ ਸੀ ਕਿ ਸਿਗਨਲ ਇਸ ਕਰਕੇ ਨਹੀਂ ਭੇਜਣਾ ਕਿਉਂਕਿ ਹੁਣ ਮੇਰਾ ਵੀ ਫਰਜ਼ ਬਣਦਾ ਹੈ, ਮੈਂ ਇਸ ਚੌਂਕੀ ਦੇ ਉੱਪਰ ਸਾਂ, ਤਾਇਨਾਤ ਸਾਂ ਔਰ ਮੇਰਾ ਫਰਜ਼ ਬਣਦਾ ਹੈ ਕਿ ਮੈਂ ਵੀ ਹੁਣ ਚੁੱਕ ਕਰਕੇ ਬੰਦੂਕ ਤੇ ਦੁਸ਼ਮਣ ਦੇ ਨਾਲ ਲੜ ਸਕਾਂ ਜੀ। ਔਰ ਜਿਹੜਾ ਰਿਹਾਇਸ਼ ਵਾਲਾ ਕਮਰਾ ਸੀ ਉਸ ਕਮਰੇ ਦੇ ਵਿੱਚ ਜਾ ਕੇ ਉਹਨਾਂ ਨੇ ਮੋਰਚਾ ਕੀਤਾ ਔਰ ਇਤਿਹਾਸਕਾਰ ਲਿਖਦੇ ਨੇ ਕਿ ਮਰਦਿਆਂ ਆਖਰੀ ਦਮ ਤੱਕ ਜਿਹੜਾ ਸੀ ਉਹਨਾਂ ਨੇ ਗੋਲੀਆਂ ਚਲਾਉਂਦੇ ਰਹੇ ਔਰ 20 ਪਠਾਨ ਜਿਹੜੇ ਸੀ ਆਖਰ ਤੇ ਵੀ ਉਹਨਾਂ ਨੂੰ ਮਾਰ ਕੇ ਤੇ ਫਿਰ ਸ਼ਹਾਦਤ ਜਿਹੜੀ ਸੀ ਉਹ ਸਰਦਾਰ ਗੁਰਮੁਖ ਸਿੰਘ ਲਾਈਟਮੈਨ ਨੇ ਜਿਹੜੀ ਸੀ ਉਹ ਸ਼ਹੀਦੀ ਜਾਮ ਪੀਤਾ ਸੀ ਜੀ। ਬਿਲਕੁਲ, ਸੋ ਬਿਲਕੁਲ ਸੰਗਤ ਜੀ, ਸਾਰਾਗੜ੍ਹੀ ਦੀ ਜੋ ਅਸਾਵੀਂ ਜੰਗ ਸੀਗੀ ਜਿਸ ਦੇ ਵਿੱਚ 21 ਸਿੱਖਾਂ ਨੇ ਬੜੀ ਬਹਾਦਰੀ ਦੇ ਨਾਲ ਅਫਗਾਨਾਂ ਦਾ ਮੁਕਾਬਲਾ ਕੀਤਾ ਅਤੇ ਉਸ ਕਿਲੇ ਤੱਕ ਉਹਨਾਂ ਨੂੰ ਪਹੁੰਚਣ ਨਹੀਂ ਦਿੱਤਾ ਚਾਹੇ ਕਿ ਉਹਨਾਂ ਦੀ ਗਿਣਤੀ 10,000 ਸੀ ਤੇ ਅੱਗੇ ਸਿੱਖ 21 ਸਨ। ਸੋ ਇਸ ਵਿਲੱਖਣ ਜੰਗ ਨੂੰ ਦੁਨੀਆ ਦੇ ਇਤਿਹਾਸ ਦੇ ਵਿੱਚ ਜਾਣਿਆ ਜਾਂਦਾ ਹੈ। ਵੱਖ-ਵੱਖ ਦੇਸ਼ਾਂ ਦੇ ਵਿੱਚ ਸਕੂਲਾਂ ਦੇ ਸਿਲੇਬਸ ਦੇ ਵਿੱਚ ਵੀ ਇਸ ਨੂੰ ਜਿਹੜਾ ਆ ਉਹ ਐਡ ਕੀਤਾ ਗਿਆ ਆ ਬੱਚਿਆਂ ਨੂੰ ਪਤਾ ਲੱਗ ਸਕੇ। ਪਰ ਬਦਕਿਸਮਤੀ ਇਹ ਆ ਕਿ ਪੰਜਾਬ ਦੀ ਗੱਲ ਕਰੀਏ, ਭਾਰਤ ਦੀ ਗੱਲ ਕਰੀਏ ਤਾਂ ਕਿਤੇ ਵੀ ਸਿਲੇਬਸ ਦੇ ਵਿੱਚ ਸਾਰਾਗੜ੍ਹੀ ਦਾ ਜ਼ਿਕਰ ਜਿਹੜਾ ਆ ਉਹ ਨਹੀਂ ਮਿਲਦਾ। ਸੋ ਸਿੱਖ ਚੈਨਲ ਦਾ ਇਹ ਉਪਰਾਲਾ ਰਹਿੰਦਾ ਆ ਕਿ ਹਮੇਸ਼ਾ ਹੀ ਅਜਿਹੇ ਦਿਹਾੜੇ ਜਾਂ ਕੋਈ ਬਹਾਦਰੀ ਭਰੇ ਕਾਰਨਾਮੇ ਜਿਹੜੇ ਆ ਉਹ ਯੂਥ ਦੇ ਸਾਹਮਣੇ ਲਿਆਂਦੇ ਜਾਣ। ਸਿੰਘ ਸਾਹਿਬ ਜੀ, ਜ਼ਿਕਰ ਕਰੀਏ ਕਿ ਇੱਥੇ ਸਾਡੇ ਗੱਲ ਕਰੀਏ ਤਾਂ ਸਿਲੇਬਸ ਦੇ ਵਿੱਚ ਕਿਤੇ ਵੀ ਜਿਹੜਾ ਆ ਉਹ ਸਾਰਾਗੜ੍ਹੀ ਦੀ ਜੰਗ ਜਿਹੜੀ ਉਹ ਨਹੀਂ ਪੜ੍ਹਾਈ ਜਾਂਦੀ, ਪਰ ਯੂਰਪ ਦੀ ਗੱਲ ਕਰੀਏ ਜਾਂ ਹੋਰ ਕਈ ਮੁਲਕਾਂ ਦੀ ਗੱਲ ਕਰੀਏ ਤਾਂ ਉੱਥੇ ਇਸ
ਜੰਗ ਨੂੰ ਜਿਹੜਾ ਆ ਉਹ ਬੱਚਿਆਂ ਨੂੰ ਦੱਸਿਆ ਜਾਂਦਾ ਆ ਕਿ ਕਿਵੇਂ 21 ਸਿੱਖਾਂ ਨੇ 10,000 ਦੁਸ਼ਮਣ ਦਾ ਮੁਕਾਬਲਾ ਜਿਹੜਾ ਕਰਦਿਆਂ ਸ਼ਹਾਦਤ ਦਾ ਜਾਮ ਜਿਹੜਾ ਆ ਉਹ ਪੀਤਾ। ਤੇ ਇਹ ਜਿਵੇਂ ਦਾ ਅੱਜ ਕੱਲ੍ਹ ਦੌਰ ਚੱਲ ਰਿਹਾ ਆ, ਅਜਿਹੀਆਂ ਗੱਲਾਂ ਦੱਸਣੀਆਂ ਬਹੁਤ ਜ਼ਰੂਰੀ ਆ ਆਪਣੇ ਯੂਥ ਨੂੰ, ਬੱਚਿਆਂ ਨੂੰ। ਦੇਖੋ ਜੀ, ਜਿਹੜੀ ਅਸੀਂ ਕਹਿੰਦੇ ਨਾ ਸ਼ਖਸੀਅਤ ਦੀ ਉਸਾਰੀ ਕਰਨੀ ਜੀ, ਸ਼ਖਸੀਅਤ ਦੀ ਉਸਾਰੀ ਜਿਹੜੀ ਆ ਉਹ ਕਾਵਾਂ ਚਿੜੀਆਂ ਦੀਆਂ ਕਹਾਣੀਆਂ ਸੁਣਾ ਕੇ ਨਹੀਂ ਕੀਤੀ ਜਾ ਸਕਦੀ, ਉਹ ਤੇ ਬਹਾਦਰੀਆਂ ਹੀ ਸੁਣਾ ਕੇ ਕੀਤੀਆਂ ਜਾ ਸਕਦੀਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਜਿਹੜਾ ਸਮੁੱਚਾ ਇਤਿਹਾਸ ਦਾ ਉਲਥਾ ਕੀਤਾ ਔਰ ਸਿੱਖਾਂ ਦੇ ਵਿੱਚ ਜਿਹੜਾ ਸੀ ਵੀਰ ਰਸ ਪੈਦਾ ਇਸੇ ਕਰਕੇ ਕੀਤਾ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 4 ਜੰਗਾਂ ਕੀਤੀਆਂ, ਸੋ ਇਸ ਕਰਕੇ ਸੀ ਕਿ ਖੂਨ 'ਚ ਉਬਾਲਾ ਆ ਸਕੇ, ਖੂਨ ਜਿਹੜਾ ਗਰਮ ਹੋ ਸਕੇ। ਔਰ ਖੂਨ ਦੇ ਵਿੱਚ ਜਿਸ ਵੇਲੇ ਬਹਾਦਰੀ ਰੰਗ ਲੈ ਕੇ ਆਉਂਦੀ ਹੈ ਤੇ ਉਸ ਵੇਲੇ ਜਿਹੜਾ ਵਾ ਕੌਮ ਜਿਹੜੀ ਹੈ ਉਹ ਹਮੇਸ਼ਾ ਹੀ ਉਸ ਬਹਾਦਰੀ ਦਾ ਰੰਗ ਉਹਨਾਂ ਤੇ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ। ਸੋ ਵਿਦੇਸ਼ ਵਾਲੇ ਸ਼ਾਇਦ ਇਸ ਗੱਲ ਨੂੰ ਸਮਝ ਚੁੱਕੇ ਨੇ ਕਿ ਸਾਡੇ ਬੱਚਿਆਂ ਨੂੰ ਜਿਹੜਾ ਵਾ ਉਹ ਬਹਾਦਰੀ ਵਾਲੇ ਪਾਸੇ ਜੇਕਰ ਲੈ ਕੇ ਜਾਣਾ, ਜ਼ੁਰਤ ਵਾਲੇ ਪਾਸੇ, ਅਣਖ ਵਾਲੇ ਪਾਸੇ। ਗੁਰਬਾਣੀ ਇਹ ਗੱਲ ਆਖਦੀ, ਜੇ ਜੀਵੇ ਪਤ ਰੱਥੀ ਜਾਏ ਸਭ ਹਰਾਮ ਜੇਤਾ ਕਿ ਸਿਖਾਏ ਨਾ। ਜੈਸੇ ਬਾਣੀ ਦੇ ਵਿੱਚ ਅਸੀਂ ਬਚਨ ਪੜ੍ਹਦੇ, ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮੇਰੇ ਕਬੂ ਨ ਛਾੜੇ ਖੇਤ। ਸੋ ਇਹ ਬਹਾਦਰੀ ਜਿਹੜੀ ਹੈ ਇਹ ਖੂਨ ਦੇ ਵਿੱਚ ਹੋਣੀ ਜ਼ਰੂਰੀ ਹੈ। ਔਰ ਕਿਤੇ ਨਾ ਕਿਤੇ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਸੀ ਉਹ ਇਸ ਚੀਜ਼ ਨੂੰ ਬਰਦਾਸ਼ਤ ਵੀ ਨਹੀਂ ਕਰਦੀਆਂ। ਉਹ ਚਾਹੁੰਦੀਆਂ ਨੇ ਕਿ ਅਸੀਂ ਸਿੱਖਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਦਬਾ ਕੇ ਰੱਖ ਸਕੀਏ ਜਾਂ ਇਹਨਾਂ ਦਾ ਸਿਲੇਬਸ, ਇਹਨਾਂ ਦਾ ਇਤਿਹਾਸ ਜਿਹੜਾ ਇਹਨਾਂ ਤੋਂ ਦੂਰ ਕੀਤਾ ਜਾ ਸਕੇ, ਜਿਹਦੇ ਕਰਕੇ ਇਹ ਜਿਹੜਾ ਵਾ ਬਹਾਦਰੀ ਵਾਲਾ ਜਿਹੜਾ ਇਹਨਾਂ 'ਚ ਗੁਣ ਆ ਉਹ ਖਤਮ ਹੋ ਸਕੇ, ਤਾਂ ਕਿ ਅਸੀਂ ਆਪਣੀ ਮਨ ਮਰਜ਼ੀ ਦੇ ਜਿਹੜੇ ਫੈਸਲੇ ਆ ਇਹਨਾਂ ਉੱਤੇ ਥੋਪ ਸਕੀਏ। ਪਰ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦਾ ਸਾਜਿਆ ਖਾਲਸਾ ਹੈ, ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਇਸ ਧਰਤੀ ਦੇ ਵਿੱਚ ਹੈ, ਇਸ ਖਿੱਤੇ ਦੇ ਵਿੱਚ ਹੈ, ਇੱਥੋਂ ਦੇ ਲੋਕਾਂ ਦੇ ਵਿੱਚ ਹੈ। ਉਹ ਕਿਤੇ ਵੀ ਕਿਸੇ ਵੀ ਤਰੀਕੇ ਦੇ ਨਾਲ ਜੇ ਕੋਸ਼ਿਸ਼ ਕੋਈ ਕਰਨਾ ਚਾਹੇ ਤਾਂ ਉਹ ਕੱਢੀ ਨਹੀਂ ਜਾ ਸਕਦੀ। ਸੋ ਵੈਸੇ ਜ਼ਰੂਰੀ ਹੈ, ਲੋੜ ਹੈ ਇਸ ਗੱਲ ਦੀ ਕਿ ਸ਼ਹੀਦਾਂ ਦੀਆਂ ਗਾਥਾ ਜਿਹੜੀਆਂ ਨੇ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਸੂਰਮਤਾਈ ਦੀਆਂ ਗਾਥਾ ਜਿਹੜੀਆਂ ਨੇ ਉਹ ਬੱਚਿਆਂ ਨੂੰ ਸੁਣਾਉਣੀਆਂ ਚਾਹੀਦੀਆਂ ਨੇ। ਜੇਕਰ ਸਰਕਾਰਾਂ ਇਸ ਪਾਸੇ ਤੋਂ ਅਵੇਸਲੀਆਂ ਨੇ ਜਾਂ ਉਹ ਚਾਹੁੰਦੀਆਂ ਨੇ ਕਿ ਨਾ ਦੱਸਿਆ ਜਾਵੇ, ਫਿਰ ਸਾਨੂੰ ਖੁਦ ਨੂੰ ਉਪਰਾਲੇ ਕਰਨੇ ਚਾਹੀਦੇ ਨੇ, ਕਿਸੇ ਨਾ ਕਿਸੇ ਤਰੀਕੇ ਨਾਲ ਯੂਥ ਨੂੰ, ਬੱਚਿਆਂ ਨੂੰ ਇਸ ਪਾਸੇ ਜੋੜ ਸਕੀਏ, ਇਤਿਹਾਸ ਜਿਹੜਾ ਆਪਣਾ ਸੁਣਾ ਸਕੀਏ। ਫਿਰ ਬੱਚੇ ਇਸ ਇਤਿਹਾਸ ਤੋਂ ਜਦੋਂ ਜਾਣੂ ਹੋਣਗੇ ਤੇ ਫਿਰ ਉਹਨਾਂ ਦੇ ਅੰਦਰ ਇੱਕ ਜਜ਼ਬਾ ਪੈਦਾ ਹੋਏਗਾ ਕਿ ਸਾਡੇ ਵੱਡਿਆਂ ਨੇ ਆਹ ਕੁਝ ਕੀਤਾ ਸੀ। ਜਿਵੇਂ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦੀ ਗੱਲ ਕਰਦੇ ਆ ਕਿ ਉਹ 2 ਸਿੱਖ ਹੀ ਨੇ ਤੇ ਉਹ ਮੁਸਲਮਾਨ ਹਕੂਮਤ ਦੇ ਸਾਹਮਣੇ ਉਹ ਦੋਨੋਂ ਹੀ ਖੜੇ ਹੋ ਕੇ ਕਹਿੰਦੇ ਨੇ ਕਿ ਜਾਓ ਜੀ, ਜਾ ਕੇ ਕਹਿ ਦਿਓ ਖਾਨ ਬਹਾਦਰ ਨੂੰ, ਜ਼ਕਰੀਆ ਖਾਨ ਨੂੰ ਕਹੋ ਕਿ ਇੱਥੇ ਸਿੱਖੀ ਦਾ ਰਾਜ ਹੈ। ਇੰਨੀ ਥਾਂ ਤੋਂ ਜਿਹੜਾ ਵੀ ਕੋਈ ਲੰਘੇਗਾ ਉਹਨੂੰ ਟੈਕਸ ਦੇਣਾ ਪਏਗਾ, ਖੋਤੇ ਤੇ ਲੰਘੇਗਾ, ਗੱਡੇ ਤੇ ਲੰਘੇਗਾ, ਉਹਨੂੰ ਟੈਕਸ ਦੇਣਾ ਪਏਗਾ। ਉਹ ਬੋਤਾ ਸਿੰਘ, ਗਰਜਾ ਸਿੰਘ ਨੇ ਇੱਕ ਦਿਨ ਦੇ ਵਿੱਚ ਸਿੱਖੀ ਦਾ ਰਾਜ ਕਾਇਮ ਵੀ ਕੀਤਾ, ਕਰ ਵੀ ਲਿਆ ਤੇ ਸ਼ਹਾਦਤ ਦਾ ਜਾਮ ਵੀ ਪੀ ਲਿਆ। ਸੋ ਇਹ ਚੀਜ਼ਾਂ ਜ਼ਰੂਰਤ ਪੈਦਾ ਕਰਦੀਆਂ ਨੇ। ਸੋ ਇਹ ਗੱਲ ਮਾਇਨੇ ਨਹੀਂ ਰੱਖਦੀ ਕਿ ਰਾਜ ਤੁਸੀਂ ਕਿੰਨਾ ਸਮਾਂ ਕੀਤਾ ਸੀ ਜਾਂ ਕਿੰਨਾ ਲੰਮਾ ਸਮਾਂ ਕੀਤਾ ਸੀ। ਇਹ ਗੱਲ ਮਾਇਨੇ ਰੱਖਦੀ ਹੈ ਕਿ ਤੁਸੀਂ ਜ਼ੁਲਮ ਦੇ ਖਿਲਾਫ ਅੜ ਕੇ ਖਲੋਗੇ ਸੀ ਔਰ ਤੁਸੀਂ ਉਸ ਜ਼ੁਲਮ ਦੀ ਪਰਵਾਹ ਨਾ ਕਰਦਿਆਂ ਹੋਇਆਂ ਜਾਂ ਤੁਸੀਂ ਗਿਣਤੀ ਦੀ ਪਰਵਾਹ ਨਾ ਕਰਦਿਆਂ ਹੋਇਆਂ ਤੁਸੀਂ ਆਪਣੀ ਜਾਨ ਵਾਰਨ ਤੋਂ ਪਿੱਛੇ ਕਦੀ ਨਹੀਂ ਹਟੇ। ਸੋ ਬਿਲਕੁਲ ਇਹ ਜ਼ਿਕਰ ਸੀਗਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਰਾਗੜ੍ਹੀ ਦੀ ਉਸ ਅਸਾਮੀ ਜੰਗ ਦਾ, ਜਿਸ ਦੇ ਵਿੱਚ 21 ਸਿੱਖਾਂ ਨੇ ਆਪਣੀ ਬਹਾਦਰੀ ਦੇ ਜੌਹਰ ਦਿਖਾਏ। ਅਤੇ ਜਦੋਂ ਇਹ ਖਬਰ ਬ੍ਰਿਟੇਨ ਦੇ ਵਿੱਚ, ਬਰਤਾਨੀਆ ਦੇ ਵਿੱਚ, ਇੰਗਲੈਂਡ ਦੇ ਵਿੱਚ ਪਹੁੰਚੀ ਤਾਂ ਉੱਥੋਂ ਦੀ ਅਸੈਂਬਲੀ ਦੇ ਵਿੱਚ ਇਹਨਾਂ ਸਿੱਖਾਂ ਦੀ ਸ਼ਹਾਦਤ ਨੂੰ ਖੜੇ ਹੋ ਕੇ ਸ਼ਰਧਾਂਜਲੀ ਜਿਹੜੀ ਆ ਉਹ ਦਿੱਤੀ ਗਈ ਅਤੇ ਇਸ ਜੰਗ ਨੂੰ ਜਿਹੜਾ ਆ ਉਹ ਸਕੂਲਾਂ ਦੇ ਸਿਲੇਬਸ ਦੇ ਵਿੱਚ ਵੀ ਸ਼ਾਮਲ ਕੀਤਾ ਗਿਆ ਕਿ ਦੁਨੀਆ ਦੇ ਵਿੱਚ ਅਜਿਹੀ ਕੋਈ ਵੀ ਜੰਗ ਜਿਹੜੀ ਉਹ ਪਹਿਲਾਂ ਨਹੀਂ ਹੋਈ ਜਿਹੜਾ ਇੰਨੀ ਬਹਾਦਰੀ ਦੇ ਨਾਲ ਕਿਸ ਨੇ ਇੰਨੀ ਥੋੜ੍ਹੀ ਗਿਣਤੀ ਦੇ ਵਿੱਚ ਇੰਨੀ ਵੱਡੀ ਗਿਣਤੀ ਫੌਜ ਦਾ ਮੁਕਾਬਲਾ ਕੀਤਾ ਹੋਵੇ। ਸੋ ਸਾਰਾਗੜ੍ਹੀ ਦੀ ਇਸ ਜੰਗ ਨੂੰ ਅੱਜ ਯਾਦ ਕਰਦਿਆਂ, ਉਹਨਾਂ 21 ਸੂਰਮਿਆਂ ਨੂੰ ਯਾਦ ਕਰਦਿਆਂ ਅੱਜ ਦੇ ਇਸ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਦੇ ਵਿੱਚ ਅਸੀਂ ਸਿੱਖ ਚੈਨਲ ਦੇ ਰਾਹੀਂ ਹਾਜ਼ਰੀ ਲਗਵਾਈ ਤੇ ਹਮੇਸ਼ਾ ਹੀ ਉਪਰਾਲਾ ਰਹਿੰਦਾ ਆ ਕਿ ਹਰੇਕ ਦਿਹਾੜੇ ਦੇ ਉੱਤੇ ਜਿਹੜਾ ਆ ਉਹ ਸੰਗਤਾਂ ਦੇ ਰੂਬਰੂ ਹੋ ਸਕੀਏ। ਸੋ ਧੰਨਵਾਦ ਗਿਆਨੀ ਅਮਰਿੰਦਰ ਸਿੰਘ ਹੋਰਾਂ ਦਾ ਵੀ ਤੇ ਸਮੂਹ ਸੰਗਤਾਂ ਦਾ ਵੀ ਧੰਨਵਾਦ ਜਿਹੜੀਆਂ ਬਹੁਤ ਪਿਆਰ ਦੇ ਨਾਲ ਸਾਰੇ ਹੀ ਪ੍ਰੋਗਰਾਮ ਜਿਹੜੇ ਉਹ ਦੇਖਦੀਆਂ ਨੇ, ਸਰਵਣ ਕਰਦੀਆਂ ਨੇ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਆਗਿਆ ਚਾਹਾਂਗੇ। ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।